प्यारे विद्यार्थियों, मेरा ਤੁਹਾਨੂੰ ਸਭ ਨੂੰ ਸਤਿ ਸ੍ਰੀ ਅਕਾਲ। ਅੱਜ ਅਸੀਂ 8ਵੀਂ ਜਮਾਤ ਦੇ ਅਧਿਆਇ 13 ਧੁਨੀ ਬਾਰੇ ਪੜਾਂਗੇ। ਬੱਚਿਓ, ਧੁਨੀ ਦਾ ਸਾਡੇ ਜੀਵਨ ਵਿੱਚ ਇੱਕ ਬਹੁਤ ਮਹੱਤਵਪੂਰਨ ਸਥਾਨ ਹੈ। ਜਿਵੇਂ ਸਾਨੂੰ ਕਿਵੇਂ ਪਤਾ ਲੱਗਦਾ ਹੈ ਕਿ ਪੀਰੀਅਡ ਖਤਮ ਹੋ ਗਿਆ ਹੈ? ਜਦ ਘੰਟੀ ਦੀ ਧੁਨੀ ਸਾਡੇ ਕੰਨਾਂ ਤੱਕ ਪਹੁੰਚਦੀ ਹੈ। ਸਾਨੂੰ ਲੁਕਾ ਛਿਪੀ ਦੀ ਖੇਡ ਖੇਡਦੇ ਵਕਤ ਵੀ ਧੁਨੀ ਜ਼ਰੀਏ ਹੀ ਅੱਖਾਂ 'ਤੇ ਪੱਟੀ ਦੇ ਬੰਨ੍ਹਣ ਦੇ ਬਾਵਜੂਦ ਪਤਾ ਲੱਗ ਜਾਂਦਾ ਹੈ ਕਿ ਕੋਈ ਸਾਡੇ ਆਲੇ ਦੁਆਲੇ ਕਿੱਥੇ ਹੋਏਗਾ। ਇਸ ਤੋਂ ਇਲਾਵਾ ਜਿਸ ਵਕਤ ਅਸੀਂ ਆਪਣੇ ਸਕੂਲ ਦੇ ਸੰਗੀਤ ਵਾਲੇ ਕਮਰੇ ਜਾਂਦੇ ਹਾਂ ਅਤੇ ਅਸੀਂ ਵੱਖ-ਵੱਖ ਤਰ੍ਹਾਂ ਦੇ ਬਾਜ ਯੰਤਰ ਉੱਥੇ ਪਏ ਵੇਖਦੇ ਹਾਂ। ਜਿਵੇਂ ਕਿ ਤੁਹਾਨੂੰ ਚਿੱਤਰ ਵਿੱਚ ਦਿਖਾਈ ਦੇ ਰਿਹਾ ਹੈ, ਇੱਕ ਹਾਰਮੋਨੀਅਮ, ਸਿਤਾਰ, ਬੰਸਰੀ ਔਰ ਤਬਲੇ। ਇਹ ਸਾਰੇ ਜਿਹੜੇ ਤੁਹਾਡੇ ਸੰਗੀਤ ਵਾਲੇ ਕਮਰੇ ਦੇ ਵਿੱਚ ਪਏ ਹੁੰਦੇ ਹਨ। ਹੁਣ ਬੱਚੋ, ਮਨ ਵਿੱਚ ਇਹ ਸਵਾਲ ਆਉਂਦਾ ਹੈ ਕਿ ਧੁਨੀ ਕਿਵੇਂ ਪੈਦਾ ਹੁੰਦੀ ਹੈ? ਇਹ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੱਕ ਕਿਵੇਂ ਪਹੁੰਚਦੀ ਹੈ? ਅਸੀਂ ਸਾਰੇ ਇਸ ਨੂੰ ਕਿਵੇਂ ਸੁਣ ਸਕਦੇ ਹਾਂ? ਕੁਝ ਧੁਨੀਆਂ ਜਿਹੜੀਆਂ ਹੁੰਦੀਆਂ ਹਨ ਉਹ ਪ੍ਰਬਲ ਹੁੰਦੀਆਂ ਹਨ। ਇਹਨਾਂ ਅਧਿਆਇ ਵਿੱਚ ਅਸੀਂ ਇਹ ਪੜ੍ਹਾਂਗੇ ਕਿ ਧੁਨੀ ਪੈਦਾ ਹੋਣ ਦੀ ਕੀ ਸ਼ਰਤ ਹੈ, ਧੁਨੀ ਨੂੰ ਇੱਕ ਥਾਂ ਤੋਂ ਦੂਜੀ ਥਾਂ ਜਾਣ ਲਈ ਕੀ ਸ਼ਰਤਾਂ ਹਨ, ਅਤੇ ਧੁਨੀ ਜਿਹੜੀ ਹੈ ਕਦ ਪ੍ਰਬਲ ਹੁੰਦੀ ਹੈ ਅਤੇ ਕਦ ਪ੍ਰਬਲ ਨਹੀਂ ਹੁੰਦੀ। ਅਤੇ ਆਓ ਵਿਦਿਆਰਥੀਓ, ਹੁਣ ਅਸੀਂ ਇਸ ਆਪਣੇ ਪਾਠ ਨੂੰ ਸ਼ੁਰੂ ਕਰੀਏ। ਵਿਦਿਆਰਥੀਓ, 13.1 ਧੁਨੀ ਕੰਪਨ ਕਰ ਰਹੀ ਵਸਤੂ ਦੁਆਰਾ ਪੈਦਾ ਹੁੰਦੀ ਹੈ। ਪਿਆਰੇ ਵਿਦਿਆਰਥੀਓ, ਧੁਨੀ ਕਦ ਪੈਦਾ ਹੁੰਦੀ ਹੈ? ਧੁਨੀ ਤਦ ਹੀ ਪੈਦਾ ਹੁੰਦੀ ਹੈ ਜਦ ਕੋਈ ਵਸਤੂ ਕੰਪਨ ਕਰਦੀ ਹੈ। ਕੰਪਨ ਕਰਨ 'ਤੇ ਹੀ ਧੁਨੀ ਪੈਦਾ ਹੁੰਦੀ ਹੈ। ਜਦ ਵਸਤੂ ਕੰਪਨ ਕਰਨਾ ਬੰਦ ਕਰ ਦਿੰਦੀ ਹੈ ਤਾਂ ਧੁਨੀ ਵੀ ਬਣਨੀ ਬੰਦ ਹੋ ਜਾਂਦੀ ਹੈ। ਆਓ ਇਸ ਨੂੰ ਇੱਕ ਕਿਰਿਆ ਜ਼ਰੀਏ ਸਮਝੀਏ। ਤੁਸੀਂ ਇੱਥੇ ਇੱਕ ਦੇਖੋਗੇ, ਆਪਣੇ ਘਰ ਦੇ ਵਿੱਚ ਇੱਕ ਕੁੱਕਰ ਨੂੰ, ਖਾਲੀ ਕੁੱਕਰ ਨੂੰ ਜਿਸ ਵੇਲੇ ਲਟਕਾਇਆ ਹੋਇਆ ਹੈ, ਜਦ ਤੁਸੀਂ ਉਸ ਨੂੰ ਸਟਰਾਈਕ ਕਰਦੇ ਹੋ, ਇੱਥੇ ਕੋਈ ਬੇਲਣ ਨਾ ਮਾਰੋਗੇ ਅਤੇ ਤੁਹਾਨੂੰ ਇਹਦੇ ਵਿੱਚੋਂ ਆਵਾਜ਼ ਆਏਗੀ। ਜਦ ਤੁਸੀਂ ਉਹਨੂੰ ਛੂਹੋਗੇ ਅਤੇ ਤੁਹਾਨੂੰ ਇਹ ਕੰਪਨ ਕਰਦਾ ਹੋਇਆ ਮਹਿਸੂਸ ਹੋਏਗਾ। ਅਤੇ ਜਿਸ ਵਕਤ ਇਹ 'ਚ ਆਵਾਜ਼ ਆਉਣੀ ਬੰਦ ਹੋ ਜਾਏਗੀ, ਤੁਸੀਂ ਇਸ ਨੂੰ ਛੂਹੋਗੇ ਤਾਂ ਇਹ 'ਚ ਕੰਪਨ ਨਹੀਂ ਹੋ ਰਿਹਾ ਹੋਵੇਗਾ। ਇਸ ਤੋਂ ਇਹ ਸਾਬਿਤ ਹੁੰਦਾ ਹੈ ਕਿ ਕੋਈ ਵੀ ਵਸਤੂ ਧੁਨੀ ਤਦ ਪੈਦਾ ਕਰਦੀ ਹੈ ਜਦ ਉਹ ਵਸਤੂ ਕੰਪਨ ਕਰੇ। ਆਓ ਵਿਦਿਆਰਥੀ, ਇੱਕ ਹੋਰ ਕਿਰਿਆ ਦੇਖਦੇ ਹਾਂ। ਇਸ ਕਿਰਿਆ ਦੇ ਵਿੱਚ ਕੀ ਹੈ? ਤੁਸੀਂ ਦੋ ਪੈਨਸਲ ਦੇ ਨਾਲ ਇੱਕ ਰਬੜ ਬਣਨੀ ਹੈ ਔਰ ਉਸ ਰਬੜ ਨੂੰ ਜਿਸ ਤਰ੍ਹਾਂ ਤੁਸੀਂ ਖਿੱਚ ਕੇ ਛੱਡੋਗੇ ਤਾਂ ਉਹ ਕੰਪਨ ਕਰੇਗੀ। ਕੰਪਨ ਕਰਨਾ ਧੁਨੀ ਪੈਦਾ ਕਰੇਗੀ, ਔਰ ਜਦੋਂ ਕੰਪਨ ਬੰਦ ਕਰ ਦੇਗੀ ਤਾਂ ਧੁਨੀ ਵੀ ਬੰਦ ਹੋ ਜਾਏਗੀ। ਔਰ ਅਗਰ ਤੁਸੀਂ ਇਸ ਨੂੰ ਹੋਰ ਵਧੇਰੇ ਢੰਗ ਨਾਲ, ਅੱਛੇ ਢੰਗ ਨਾਲ ਸਮਝਣਾ ਚਾਹੁੰਦੇ ਹੋ ਤਾਂ ਇੱਕ ਕਿਰਿਆ ਤੁਸੀਂ ਘਰ 'ਚ ਦੇਖ ਸਕਦੇ ਹੋ। ਘਰ 'ਚ ਕੋਈ ਵੀ ਇੱਕ ਸਟੀਲ ਦੀ ਥਾਲੀ ਲੈਣੀ ਹੈ, ਉਹਦੇ ਵਿੱਚ ਤੁਸੀਂ ਪਾਣੀ ਪਾਉਣਾ ਹੈ ਅਤੇ ਇੱਕ ਚਮਚ ਦੇ ਨਾਲ ਉਹਦੇ ਕਿਨਾਰਿਆਂ 'ਤੇ ਸਟਰਾਈਕ ਕਰਨਾ ਹੈ। ਤੁਸੀਂ ਦੇਖੋਗੇ ਕਿ ਜਦ ਤੁਸੀਂ ਆਵਾਜ਼ ਪੈਦਾ ਕਰਦੇ ਵਕਤ ਉਸ ਨੂੰ ਛੂਹ ਰਹੇ ਹੋ ਤਾਂ ਉਹ ਥਾਲੀ ਵਿੱਚ ਕੰਪਨ ਹੋਵੇਗਾ, ਅਤੇ ਜਿਸ ਵਕਤ ਉਸ ਥਾਲੀ ਦੇ ਵਿੱਚੋਂ ਆਵਾਜ਼ ਆਉਣੀ ਬੰਦ ਹੋ ਜਾਏਗੀ ਤਾਂ ਤੁਹਾਨੂੰ ਥਾਲੀ ਛੂਹਣ 'ਤੇ ਕੋਈ ਕੰਪਨ ਮਹਿਸੂਸ ਨਹੀਂ ਹੋਏਗਾ। ਇਸ ਤਰੀਕੇ ਦੇ ਨਾਲ ਤੁਸੀਂ ਇਹ ਸਿੱਧ ਕਰ ਸਕਦੇ ਹੋ ਕਿ ਕੋਈ ਵਸਤੂ ਤਦ ਹੀ ਧੁਨੀ ਪੈਦਾ ਕਰਦੀ ਹੈ ਜਦ ਉਸ ਵਸਤੂ ਵਿੱਚ ਕੰਪਨ ਹੋਵੇ। ਕੰਪਨ ਨਾ ਹੋਣ ਦੀ ਸੂਰਤ ਵਿੱਚ ਧੁਨੀ ਪੈਦਾ ਨਹੀਂ ਹੁੰਦੀ। ਬੱਚਿਓ, ਅਸੀਂ ਸਾਰੇ ਸੰਤਾਂ ਮਹਾਤਮਾਵਾਂ ਦੀ ਧਰਤੀ 'ਤੇ ਜੰਮੇ ਹਾਂ। ਸੰਤ ਨਾਮਦੇਵ ਜੀ ਨੇ ਇੱਕ ਤਾਰਾ ਵਾਦ ਯੰਤਰ ਦਾ ਪ੍ਰਯੋਗ ਕਰਦੇ ਸਨ। ਇਸ ਇੱਕ ਤਾਰਾ ਯੰਤਰ ਨੂੰ ਜਦ ਤੁਸੀਂ ਬਣਾਓਗੇ ਅਤੇ ਤੁਸੀਂ ਦੇਖੋ ਕਿ ਇਹਦਾ ਕਿਹੜਾ ਹਿੱਸਾ ਕੰਬਦਾ ਹੈ ਜਿਸ ਤੋਂ ਆਵਾਜ਼ ਪੈਦਾ ਹੁੰਦੀ ਹੈ। ਇਸੀ ਤਰੀਕੇ ਦੇ ਨਾਲ ਸਾਰਣੀ 13.1 ਵਿੱਚ ਤੁਹਾਨੂੰ ਸੁਰ ਸਾਜ਼ ਅਤੇ ਉਹਨਾਂ ਦੇ ਕੰਪਨ ਕਰਦੇ ਭਾਗਾਂ ਬਾਰੇ ਭਰਨ ਲਈ ਕਿਹਾ ਹੈ। ਜਿਹੜੀ ਵੀਣਾ ਹੁੰਦੀ ਹੈ, ਉਹਦੀ ਜਿਹੜੀ ਡੋਰ ਹੁੰਦੀ ਹੈ, ਉਸ ਡੋਰ ਤੋਂ ਜਾਂ ਤਾਰ ਤੋਂ ਧੁਨੀ ਪੈਦਾ ਹੁੰਦੀ ਹੈ। ਤਬਲੇ ਦੇ ਖਿੱਚੀ ਝਿੱਲੀ ਤੋਂ ਅਤੇ ਬੰਸਰੀ ਦੇ ਹਵਾ ਕਾਲਮ ਵਿੱਚੋਂ ਧੁਨੀ ਪੈਦਾ ਹੁੰਦੀ ਹੈ। ਇਸ ਤਰੀਕੇ ਦੇ ਨਾਲ ਤੁਸੀਂ 4 ਤੋਂ ਲੈ ਕੇ 7 ਤੱਕ ਹੋਰ ਸੁਰ ਸਾਜ਼ ਆਪਣੇ ਸੰਗੀਤ ਦੇ ਅਧਿਆਪਕ ਨਾਲ ਗੱਲਬਾਤ ਕਰਕੇ ਉਹਨਾਂ ਤੋਂ ਜਾਣਕਾਰੀ ਲੈ ਕੇ ਇੱਥੇ ਭਰੋ ਅਤੇ ਉਹਨਾਂ ਤੋਂ ਪੁੱਛੋ ਕਿ ਇਹ ਸੁਰ ਸਾਜ਼ ਧੁਨੀ ਪੈਦਾ ਕਰਨ ਵਾਲੇ ਕਿਹੜੇ ਭਾਗ ਤੋਂ ਪੈਦਾ ਹੋਏ ਹਨ। ਆਓ ਹੁਣ ਇੱਕ
ਅਸੀਂ ਮੰਜੀਰਾ ਦੇਖਦੇ ਹਾਂ। ਇਹ ਮੰਜੀਰਾ ਮਹਾਰਾਸ਼ਟਰ ਦੇ ਵਿੱਚ ਔਰ ਅੱਜ ਵੀ ਕਈ ਮੰਦਰਾਂ ਦੇ ਵਿੱਚ ਬੜੇ ਹੀ ਧਾਰਮਿਕ ਰੂਪ ਦੇ ਪ੍ਰਤੀਕ ਵਜੋਂ ਵਜਾਇਆ ਜਾਂਦਾ ਹੈ। ਇਹ ਵੀ ਇੱਕ ਧੁਨੀ ਪੈਦਾ ਕਰਦਾ ਹੈ। ਇੱਕ ਖਾਲੀ ਮਟਕਾ ਜਿਸ ਨੂੰ ਸੰਗੀਤ ਪੈਦਾ ਕਰਨ ਲਈ ਵਜਾਇਆ ਜਾਂਦਾ ਹੈ, ਇਸ ਨੂੰ ਘਟਮ ਕਹਿੰਦੇ ਹਨ। ਇਸ ਤਰੀਕੇ ਦੇ ਨਾਲ ਹੀ ਸਾਡੇ ਭਾਰਤ ਵਿੱਚ ਬੜੇ ਸਾਰੇ ਵਾਦ ਯੰਤਰ ਹਨ ਜੋ ਵਜਾਏ ਜਾਂਦੇ ਹਨ ਅਤੇ ਉਹਨਾਂ ਦੀ ਧੁਨੀ ਵੱਖਰੀ ਵੱਖਰੀ ਆਉਂਦੀ ਹੈ। ਆਓ ਬੱਚਿਓ ਇੱਕ ਜਲ ਤਰੰਗ ਬਾਰੇ ਵੀ ਪਹਿਚਾਣ ਕਰੀਏ। ਕਿਰਿਆ 13.5 ਦੀ ਤਰ੍ਹਾਂ ਤੁਸੀਂ ਆਪਣੇ ਘਰ ਦੇ ਵਿੱਚ ਕੋਈ 6 ਗਿਲਾਸ ਕੱਚ ਦੇ ਲੈਣੇ ਹੈ। ਉਹਨਾਂ ਵਿੱਚ ਪਾਣੀ ਘਟਦੇ ਕ੍ਰਮ ਵਿੱਚ ਭਰਨਾ ਹੈ, ਜਿਵੇਂ ਕਿ ਤੁਸੀਂ ਦੇਖ ਰਹੇ ਹੋ ਇਸ ਚਿੱਤਰ 13.7 ਵਿੱਚ। ਜਦ ਤੁਸੀਂ ਉਸ ਨੂੰ ਇੱਕ ਚਮਚ ਨਾਲ ਤੇਜ਼ੀ ਨਾਲ ਸਾਰਿਆਂ ਉੱਪਰ ਲੈ ਕੇ ਜਾਓਗੇ ਤੇ ਤੁਹਾਨੂੰ ਧੁਨੀ ਬਦਲਦੀ ਹੋਈ ਸੁਣਾਈ ਦੇਗੀ। ਆਹ ਧੁਨੀ ਬਦਲਦੀ ਹੋਈ ਇਸ ਲਈ ਹੈ ਕਿਉਂਕਿ ਸਾਰੇ ਹੀ ਗਲਾਸਾਂ ਵਿੱਚ ਪਾਣੀ ਵੱਖ-ਵੱਖ ਹੋਣ ਕਰਕੇ ਉਹਨਾਂ ਸਭ ਦੇ ਵਿੱਚ ਕੰਪਨ ਅਲੱਗ-ਅਲੱਗ ਹੋਵੇਗੀ। ਜਿਹਦੇ ਵਿੱਚ ਪਾਣੀ ਸਭ ਤੋਂ ਵੱਧ ਹੈ ਉਹ ਘੱਟ ਕੰਪਨ ਕਰੇਗਾ, ਜਿਸ 'ਚ ਪਾਣੀ ਸਭ ਤੋਂ ਘੱਟ ਹੈ ਉਹ ਜ਼ਿਆਦਾ ਕੰਪਨ ਕਰੇਗਾ। ਇਸ ਤੋਂ ਤੁਹਾਨੂੰ ਉਹਦੀ ਧੁਨੀ ਦੇ ਵਿੱਚ ਇੱਕ ਅਲੱਗ-ਅਲੱਗ ਪ੍ਰਕਾਰ ਸੁਣਾਈ ਦੇਣਗੇ, ਜਿਸ ਨੂੰ ਅਸੀਂ ਜਲ ਤਰੰਗ ਕਹਿੰਦੇ ਹਾਂ। ਬੱਚਿਓ ਹਾਲੇ ਤੱਕ ਅਸੀਂ ਜੋ ਸਮਝਿਆ ਹੈ, ਅਸੀਂ ਇੱਕ ਗੱਲ ਇਹੀ ਸਮਝੀ ਹੈ ਇਹਦੇ ਵਿੱਚ ਕਿ ਧੁਨੀ ਕਦੋਂ ਪੈਦਾ ਹੁੰਦੀ ਹੈ। ਧੁਨੀ ਤਦੋਂ ਪੈਦਾ ਹੁੰਦੀ ਹੈ ਜਦ ਕਦੀ ਕਿਸੇ ਵਸਤੂ ਦੇ ਵਿੱਚ ਕੰਪਨ ਪੈਦਾ ਹੁੰਦਾ ਹੈ। ਕੰਪਨ ਪੈਦਾ ਹੋਣ ਦੇ ਨਾਲ ਧੁਨੀ ਪੈਦਾ ਹੁੰਦੀ ਹੈ। ਜਦ ਵਸਤੂ ਕੰਪਨ ਕਰਨਾ ਛੱਡ ਦਿੰਦੀ ਹੈ ਤਦ ਉਸ ਵਿੱਚ ਧੁਨੀ ਪੈਦਾ ਹੋਣੀ ਵੀ ਬੰਦ ਹੋ ਜਾਂਦੀ ਹੈ। ਬੱਚਿਓ ਹੁਣ ਤੁਸੀਂ ਮੈਨੂੰ ਸੁਣ ਪਾ ਰਹੇ ਹੋ ਕਿਉਂਕਿ ਮੈਂ ਵੀ ਧੁਨੀ ਪੈਦਾ ਕਰ ਰਿਹਾ ਹਾਂ। ਧੁਨੀ ਪੈਦਾ ਕਰਨ ਦੇ ਲਈ ਮੇਰੇ ਤਾਂ ਸਰੀਰ ਦੇ ਵਿੱਚ ਕੋਈ ਤਾਰ ਨਹੀਂ ਹੈ, ਮੇਰੇ ਸਰੀਰ ਦੇ ਵਿੱਚ ਤਾਂ ਕੋਈ ਹਵਾ ਕਾਲਮ ਨਹੀਂ ਹੈ, ਫਿਰ ਇਹ ਆਵਾਜ਼ ਕਿੱਥੋਂ ਆ ਰਹੀ ਹੈ। ਬੱਚਿਓ ਅਗਰ ਤੁਸੀਂ ਦੇਖੋ ਤਾਂ ਸਾਡੇ ਮਨੁੱਖਾਂ ਦੇ ਵਿੱਚ ਇੱਕ ਵੋਇਸ ਬਾਕਸ ਵਾਕ ਯੰਤਰ ਹੁੰਦਾ ਹੈ। ਜਦ ਤੁਸੀਂ ਬੋਲਦੇ ਹੋ ਤਾਂ ਆਪਣੇ ਗਲੇ ਦੇ ਵਿੱਚ ਉੱਭਰੀ ਹੋਈ ਜਗ੍ਹਾ ਨੂੰ ਫੜ ਕੇ ਰੱਖੋ ਅਤੇ ਤੁਹਾਨੂੰ ਮਹਿਸੂਸ ਹੋਏਗਾ ਬੋਲਦੇ ਵਕਤ ਕਿ ਇਹਦੇ ਵਿੱਚ ਵੀ ਕੰਪਨ ਹੋ ਰਿਹਾ ਹੈ। ਤਾਂ ਗਲੇ ਦੇ ਵਿੱਚ ਇਸ ਹਿੱਸੇ 'ਚ ਕੰਪਨ ਹੋ ਰਿਹਾ ਹੈ, ਜਿਸ ਨੂੰ ਵਾਕ ਯੰਤਰ ਕਹਿੰਦੇ ਹਾਂ। ਇਸੀ ਵਾਕ ਯੰਤਰ ਦੇ ਕੰਪਨ ਦੇ ਕਰਕੇ ਸਾਡੀ ਆਵਾਜ਼ ਪੈਦਾ ਹੁੰਦੀ ਹੈ ਅਤੇ ਅਸੀਂ ਧੁਨੀ ਪੈਦਾ ਕਰ ਸਕਦੇ ਹਾਂ। ਬੱਚਿਓ ਇਸ ਤੋਂ ਇਹ ਸਾਬਿਤ ਹੁੰਦਾ ਹੈ ਕਿ ਮਨੁੱਖ ਦੇ ਵਿੱਚ ਵੀ ਜੋ ਆਵਾਜ਼ ਪੈਦਾ ਹੁੰਦੀ ਹੈ ਉਹ ਵੀ ਕੰਪਨ ਜ਼ਰੀਏ ਹੀ ਪੈਦਾ ਹੁੰਦੀ ਹੈ। ਹੁਣ ਅਸੀਂ ਹੋਰ ਅੱਗੇ ਪੜ੍ਹਦੇ ਹਾਂ ਕਿ ਧੁਨੀ ਜਿਹੜੀ ਇੱਕ ਥਾਂ ਤੋਂ ਦੂਜੀ ਥਾਂ ਤੱਕ ਕਿਵੇਂ ਜਾਂਦੀ ਹੈ। ਪਿਆਰੇ ਬੱਚਿਓ ਧੁਨੀ ਇੱਕ ਥਾਂ ਤੋਂ ਦੂਜੀ ਥਾਂ 'ਚ ਤਦ ਹੀ ਜਾ ਸਕਦੀ ਹੈ ਜਦ ਉਸ ਨੂੰ ਕੋਈ ਮਾਧਿਅਮ ਮਿਲੇ। ਇਹ ਮਾਧਿਅਮ ਹਵਾ, ਪਾਣੀ ਜਾਂ ਠੋਸ ਹੋ ਸਕਦਾ ਹੈ। ਔਰ ਧੁਨੀ ਦੀ ਗਤੀ, ਧੁਨੀ ਦੀ ਇੱਕ ਜਗ੍ਹਾ ਤੋਂ ਦੂਜੀ ਜਾਣ ਦੀ ਸਮਰੱਥਾ ਠੋਸਾਂ ਵਿੱਚ ਸਭ ਤੋਂ ਜ਼ਿਆਦਾ ਹੁੰਦੀ ਹੈ, ਪਾਣੀ ਵਿੱਚ ਉਸ ਤੋਂ ਘੱਟ ਅਤੇ ਹਵਾ ਵਿੱਚ ਸਭ ਤੋਂ ਘੱਟ ਧੁਨੀ ਦੂਰ ਜਾ ਸਕਦੀ ਹੈ। ਹੁਣ ਅਸੀਂ ਇਸ ਨੂੰ ਕਿਵੇਂ ਸਾਬਿਤ ਕਰਾਂਗੇ। ਅਗਰ ਤੁਸੀਂ ਬੇਟਾ ਇੱਕ ਗਿਲਾਸ ਲਓ, ਉਸ ਗਿਲਾਸ ਵਿੱਚ ਇੱਕ ਮੋਬਾਈਲ ਰੱਖ ਦਿਓ। ਉਸ ਮੋਬਾਈਲ ਨੂੰ ਜਦ ਤੁਸੀਂ ਰਿੰਗ ਕਰੋਗੇ ਤਾਂ ਤੁਹਾਨੂੰ ਆਵਾਜ਼ ਸਾਫ਼-ਸਾਫ਼ ਸੁਣਾਈ ਦੇਗੀ। ਲੇਕਿਨ ਜਿਸ ਟਾਈਮ ਤੁਸੀਂ ਇਸ ਨੂੰ ਢੱਕ ਦਿਓਗੇ ਤਾਂ ਤੁਹਾਨੂੰ ਆਵਾਜ਼ ਸਾਫ਼ ਸੁਣਾਈ ਨਹੀਂ ਦੇਗੀ। ਢੱਕਣ 'ਤੇ ਕਿਆ ਹੋਇਆ ਕਿ ਉਸ ਧੁਨੀ ਨੂੰ ਜੋ ਉਸ ਮੋਬਾਈਲ 'ਚੋਂ ਨਿਕਲ ਰਹੀ ਸੀ ਉਸ ਨੂੰ ਮਾਧਿਅਮ ਨਹੀਂ ਮਿਲਿਆ, ਜਿਸ ਕਰਕੇ ਉਹ ਦੂਰੀ ਤੱਕ ਨਹੀਂ ਜਾ ਸਕੀ। ਜਦ ਕਿ ਹਵਾ ਦਾ ਮਾਧਿਅਮ ਖੁੱਲ੍ਹੇ ਹੋਏ ਗਿਲਾਸ ਵਿੱਚ ਮਿਲ ਜਾਂਦਾ ਹੈ। ਤਾਂ ਇਸ ਤੋਂ ਇਹ ਵੀ ਸਾਬਿਤ ਹੁੰਦਾ ਹੈ ਕਿ ਧੁਨੀ ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੱਕ ਜਾਣ ਦੇ ਲਈ ਹਵਾ, ਪਾਣੀ ਜਾਂ ਠੋਸ ਦੀ ਜ਼ਰੂਰਤ ਰਹਿੰਦੀ ਹੈ। ਜਾਂ ਸਿੱਧੇ ਤੌਰ 'ਤੇ ਕਹੀਏ ਕਿ ਧੁਨੀ ਨੂੰ ਇੱਕ ਥਾਂ ਤੋਂ ਦੂਜੀ ਥਾਂ 'ਤੇ ਜਾਣ ਦੇ ਲਈ ਮਾਧਿਅਮ ਦੀ ਜ਼ਰੂਰਤ ਹੁੰਦੀ ਹੈ। ਇਹ ਮਾਧਿਅਮ ਠੋਸ, ਤਰਲ ਜਾਂ ਗੈਸ ਦੇ ਰੂਪ ਵਿੱਚ ਹੋ ਜਾਂਦਾ ਹੈ। ਤੁਸੀਂ ਚਾਹੋ ਤਾਂ ਪਾਣੀ ਦੇ ਵਿੱਚ ਇੱਕ ਘੰਟੀ ਨੂੰ ਵਜਾ ਕੇ ਪਾਣੀ ਦੇ ਤਲ ਨਾਲ ਕੰਨ ਲਾ ਕੇ ਸੁਣੋਗੇ ਅਤੇ ਤੁਹਾਨੂੰ ਉਹ ਘੰਟੀ ਵੱਜਦੀ ਹੋਈ ਸੁਣਾਈ ਦੇਗੀ। ਲੇਕਿਨ ਜਦ ਤੁਸੀਂ ਇਸ ਤਲ ਤੋਂ ਹਟਾ ਕੇ ਕੰਨ ਹਵਾ 'ਚ ਰੱਖ ਕੇ ਘੰਟੀ ਪਾਣੀ 'ਚ ਵਜਾਓਗੇ ਅਤੇ ਤੁਹਾਨੂੰ ਉਹ ਘੰਟੀ ਇੰਨੀ ਸਾਫ਼ ਸੁਣਾਈ ਨਹੀਂ ਦੇਗੀ, ਕਿਉਂਕਿ ਹਵਾ ਦੇ ਵਿੱਚ
ਧੁਨੀ ਦੀ ਗਤੀ ਘੱਟ ਹੁੰਦੀ ਹੈ ਔਰ ਪਾਣੀ ਦੇ ਵਿੱਚ ਧੁਨੀ ਦੀ ਗਤੀ ਜ਼ਿਆਦਾ ਹੁੰਦੀ ਹੈ। ਪਰ ਬੇਟਾ ਜਦ ਕਦੀ ਵੀ ਕੰਨ ਨੂੰ ਪਾਣੀ ਲਾ ਕੇ ਰੱਖਣਾ ਹੈ ਤਾਂ ਧਿਆਨ ਰੱਖਣਾ ਹੈ ਕਿ ਜਿਹੜਾ ਪਾਣੀ ਆ ਉਹ ਤੁਹਾਡੇ ਕੰਨਾਂ ਵਿੱਚ ਨਾ ਜਾਵੇ। ਵਧੀਆ ਹੋਏਗਾ ਕਿ ਅਗਰ ਤੁਸੀਂ ਕਿਸੇ ਅਧਿਆਪਕ ਦੀ ਦੇਖ ਰੇਖ ਵਿੱਚ ਹੀ ਇਸ ਨੂੰ ਕਰੋ। ਬੱਚੋ, ਜੋ ਪਾਣੀ ਵਿੱਚ ਡੋਲਫਿਨਾਂ ਹੁੰਦੀਆਂ ਹਨ ਉਹ ਵੀ ਆਪਣਾ ਸੰਦੇਸ਼ ਇੱਕ ਡੋਲਫਿਨ ਤੋਂ ਦੂਜੀ ਡੋਲਫਿਨ ਤੱਕ ਧੁਨੀ ਜ਼ਰੀਏ ਹੀ ਪਹੁੰਚਾਉਂਦੀਆਂ ਹਨ। ਬੱਚਿਓ, ਅਗਰ ਤੁਸੀਂ ਤੁਹਾਡੇ ਸਕੂਲ ਦੇ ਵਿੱਚ ਕੋਈ ਵੀ ਲੋਹੇ ਦੀ ਪਾਈਪ ਜਾਂ ਧਾਤ ਦੀ ਲੰਬੀ ਸੋਟੀ ਜਾਂ ਇੱਕ ਮੀਟਰ ਸਕੇਲ ਮਿਲ ਜਾਏਗਾ ਤਾਂ ਤੁਸੀਂ ਇੱਕ ਕੰਨ 'ਤੇ ਲਾਏਗਾ ਔਰ ਦੂਜਾ ਉਸ 'ਤੇ ਦੂਜੇ ਪਾਸੇ ਹਲਕਾ ਹਲਕਾ ਖੁਰੇਚੇਗਾ ਅਤੇ ਤੁਹਾਨੂੰ ਉਹਦੇ ਖੁਰੇਚਣ ਦੀ ਆਵਾਜ਼ ਬਿਲਕੁਲ ਸਾਫ਼ ਸੁਣਾਈ ਦੇਗੀ, ਜੋ ਕਿ ਹਵਾ 'ਚ ਨਹੀਂ ਸੁਣਾਈ ਦੇਗੀ, ਲੇਕਿਨ ਜਦ ਤੁਸੀਂ ਕੰਨ ਦੇ ਨਾਲ ਲਾਓਗੇ ਤਾਂ ਤੁਹਾਨੂੰ ਸੁਣਾਈ ਦੇਗੀ। ਇਸ ਤੋਂ ਇਹ ਵੀ ਸਾਬਿਤ ਹੁੰਦਾ ਹੈ ਕਿ ਠੋਸ ਦੇ ਵਿੱਚ ਵੀ ਆਵਾਜ਼ ਇੱਕ ਥਾਂ ਤੋਂ ਦੂਜੀ ਥਾਂ ਤੱਕ ਜਾ ਸਕਦੀ ਹੈ। ਤਾਂ ਇਸ ਤੋਂ ਇਹ ਸਾਬਿਤ ਹੁੰਦਾ ਹੈ ਕਿ ਕੋਈ ਵੀ ਧੁਨੀ ਇੱਕ ਥਾਂ ਤੋਂ ਦੂਜੀ ਥਾਂ 'ਤੇ ਜਾਣ ਦੇ ਲਈ ਮਾਧਿਅਮ ਦੀ ਆਵਸ਼ਕਤਾ 'ਤੇ ਨਿਰਭਰ ਕਰਦੀ ਹੈ। ਇਹ ਮਾਧਿਅਮ ਠੋਸ ਵੀ ਹੋ ਸਕਦਾ ਹੈ, ਜਿਵੇਂ ਇਸ ਲੱਕੜ ਦੇ ਬੈਂਚ ਨੂੰ ਖੁਰੇਦਿਆ ਅਤੇ ਦੂਜੇ ਪਾਸੇ ਬੈਠਾ ਬੰਦਾ ਦੱਸ ਸਕਦਾ ਹੈ ਕਿ ਲੱਕੜ ਦੇ ਬੈਂਚ ਨੂੰ ਕਦ ਖੁਰੇਚਿਆ ਗਿਆ ਹੈ। ਅਤੇ ਚਾਹੇ ਪਾਣੀ ਵਿੱਚ ਅਤੇ ਚਾਹੇ ਹਵਾ ਵਿੱਚ ਮਾਧਿਅਮ ਦੀ ਆਵਸ਼ਕਤਾ ਹਮੇਸ਼ਾ ਰਹਿੰਦੀ ਹੈ। ਖਿਡੌਣਾ ਟੈਲੀਫੋਨ ਬੱਚਿਓ ਤੁਸੀਂ ਛੋਟੇ ਹੁੰਦੇ ਬਹੁਤ ਬਣਾਇਆ ਹੋਵੇਗਾ। ਇਹ ਵੀ ਧੁਨੀ ਦੇ ਮਾਧਿਅਮ ਦੇ ਵਿੱਚ ਸੰਚਾਰ 'ਤੇ ਨਿਰਭਰ ਕਰਦਾ ਹੈ। ਬੱਚਿਓ, ਹਰ ਕੋਈ ਧੁਨੀ ਨੂੰ ਨਹੀਂ ਸੁਣ ਸਕਦਾ ਔਰ ਹਰ ਕੋਈ ਅਗਰ ਧੁਨੀ ਨੂੰ ਸੁਣ ਰਿਹਾ ਹੈ ਤਾਂ ਉਹਦੇ ਕੋਲ ਸੁਣਨ ਵਾਸਤੇ ਕੋਈ ਨਾ ਕੋਈ ਜ਼ਰੂਰੀ ਅੰਗ ਹੁੰਦੇ ਹਨ। ਮਨੁੱਖ ਦੇ ਵਿੱਚ ਧੁਨੀ ਸੁਣਨ ਦੇ ਲਈ ਰੱਬ ਨੇ ਕੰਨ ਦਿੱਤੇ ਹਨ। ਇਹ ਜਿਹੜੇ ਕੰਨ ਹੁੰਦੇ ਹਨ, ਇਹਨਾਂ ਦੇ ਵਿੱਚ ਇੱਕ ਕੰਨ ਪਰਦਾ ਹੁੰਦਾ ਹੈ ਜਿਹਨੂੰ ਅਸੀਂ ਈਅਰ ਡਰਮ ਕਹਿੰਦੇ ਹਾਂ। ਇਹ ਕੰਨ ਪਰਦਾ ਹੁੰਦਾ ਹੈ, ਜਦ ਧੁਨੀ ਇੱਥੇ ਵੱਜਦੀ ਹੈ ਤਾਂ ਇਹ ਕੰਬਦਾ ਹੈ, ਜਿਸ ਨਾਲ ਆਵਾਜ਼ ਪੈਦਾ ਹੁੰਦੀ ਹੈ ਅਤੇ ਅਸੀਂ ਉਹ ਸੁਣ ਸਕਦੇ ਹਾਂ ਕਿ ਸਾਹਮਣੇ ਵਾਲੇ ਨੇ ਕੀ ਕਿਹਾ। ਇਸ ਲਈ ਕਿਹਾ ਜਾਂਦਾ ਜਦ ਕੰਨ ਸਾਫ਼ ਕਰੋ ਅਤੇ ਤੁਹਾਡੇ ਪਰਦੇ ਨੂੰ ਨੁਕਸਾਨ ਨਹੀਂ ਹੋਣਾ ਚਾਹੀਦਾ, ਕਿਉਂਕਿ ਇੱਕ ਵਾਰ ਅਗਰ ਨੁਕਸਾਨ ਹੋ ਜਾਵੇ ਤਾਂ ਇਸ ਦਾ ਠੀਕ ਹੋਣਾ ਲਗਭਗ ਅਸੰਭਵ ਹੈ। ਹੁਣ ਪਿਆਰੇ ਬੱਚਿਓ, ਇਹ ਸਾਡੇ ਕੰਨ ਦੀ ਕੁਛ ਬਣਤਰ ਦਿਖਾਈ ਗਈ ਹੈ। ਇਹਦੇ ਵਿੱਚ ਤੁਸੀਂ ਕੰਨ ਦਾ ਪਰਦਾ ਦੇਖ ਸਕਦੇ ਹੋ। ਇਸ ਦੇ ਕੰਪਨ ਕਰਕੇ ਹੀ ਜਿਹੜੀ ਹੈ ਧੁਨੀ ਨੂੰ ਅਸੀਂ ਸੁਣ ਸਕਦੇ ਹਾਂ ਅਤੇ ਸਾਡਾ ਦਿਮਾਗ ਉਸ ਧੁਨੀ ਦੇ ਮੁਤਾਬਿਕ ਉਸ ਨੂੰ ਸਮਝ ਕੇ ਕਿਰਿਆ ਕਰ ਸਕਦਾ ਹੈ। ਬੱਚਿਓ, ਹੁਣ ਧੁਨੀ ਦੇ ਕਈ ਤਰੀਕੇ ਦੇ ਨਾਲ ਵਿਆਖਿਆ ਕੀਤੀ ਗਈ ਹੈ। ਧੁਨੀ ਨੂੰ ਕੰਪਨ ਦੇ ਆਯਾਮ, ਆਵਰਤਕਾਲ ਅਤੇ ਆਵਰਤੀ ਦੇ ਮੁਤਾਬਿਕ ਵੰਡਿਆ ਗਿਆ ਹੈ। ਦੇਖੋ ਬੱਚੋ, ਕਿਸੇ ਵਸਤੂ ਦਾ ਇੱਧਰ ਉੱਧਰ ਗਤੀ ਕਰਨ ਨੂੰ ਅਸੀਂ ਡੋਲਣ ਗਤੀ ਕਹਿੰਦੇ ਹਾਂ ਅਤੇ ਡੋਲਣ ਗਤੀ ਇਸ ਦੇ ਆਵਰਤਕਾਲ 'ਤੇ ਨਿਰਭਰ ਕਰਦੀ ਹੈ। 1 ਸੈਕਿੰਡ ਦੇ ਵਿੱਚ ਜਿੰਨਾ ਡੋਲਣ ਹੁੰਦਾ ਹੈ ਉਸ ਨੂੰ ਅਸੀਂ ਆਵਰਤੀ ਕਹਿੰਦੇ ਹਾਂ ਅਤੇ ਇਸ ਨੂੰ ਅਸੀਂ ਹਰਟਸ ਜਾਂ HZ ਨਾਲ ਲਿਖਦੇ ਹਾਂ। ਉਦਾਹਰਨ ਤੌਰ 'ਤੇ ਅਗਰ ਕੋਈ ਵਸਤੂ 1 ਸੈਕਿੰਡ ਵਿੱਚ 20 ਡੋਲਣ ਪੂਰਾ ਕਰਦੀ ਹੈ ਤਾਂ ਇਸ ਦੀ ਆਵਰਤੀ 20 ਹਰਟਸ ਹੋਵੇਗੀ। 1 ਸੈਕਿੰਡ 'ਚ ਕੋਈ ਵਸਤੂ ਕਿੰਨੀ ਡੋਲਣ ਗਤੀ ਕਰਦੀ ਹੈ, ਇਹ ਉਸ ਦੀ ਆਵਰਤੀ ਹੁੰਦੀ ਹੈ। ਬੱਚਿਓ, ਧੁਨੀ ਜਿਹੜੀ ਹੈ ਉਹ ਕੰਪਨ ਦੇ ਆਯਾਮ ਅਤੇ ਆਵਰਤੀ 2 ਗੁਣਾਂ 'ਤੇ ਨਿਰਭਰ ਕਰਦੀ ਹੈ। ਆਇਓ ਸਮਝੀਏ ਇਸ ਨੂੰ। ਬੱਚਿਓ, ਜਿਹੜੀ ਧੁਨੀ ਦਾ ਐਂਪਲੀਟਿਊਡ ਜਾਂ ਆਯਾਮ ਹੈ, ਇਸ ਨੂੰ ਅਸੀਂ ਡੈਸੀਬਲ DB ਵਿੱਚ ਲਿਖਦੇ ਹਾਂ। ਜਦ ਅਸੀਂ ਸਾਹ ਲੈਂਦੇ ਹਾਂ ਅਤੇ ਸਾਡੇ 10 ਡੈਸੀਬਲ ਆਯਾਮ ਧੁਨੀ ਹੁੰਦੀ ਹੈ ਅਤੇ ਜਦ ਅਸੀਂ ਫੈਕਟਰੀ ਦੇ ਆਸ-ਪਾਸ ਹੁੰਦੇ ਹਾਂ ਤਾਂ 80 ਡੈਸੀਬਲ ਸਾਡੇ ਕੰਨਾਂ ਨੂੰ ਆਵਾਜ਼ ਸੁਣਾਈ ਦਿੰਦੀ ਹੈ। 80 ਡੈਸੀਬਲ ਤੋਂ ਵੱਧ ਨੂੰ ਅਸੀਂ ਰੋਲੇ ਖੱਪੇ ਦੀ ਸ਼੍ਰੇਣੀ 'ਚ ਰੱਖਿਆ ਹੈ, ਜਿਹਦੇ ਨਾਲ ਸਾਡੇ ਕੰਨਾਂ ਨੂੰ ਅਤੇ ਸਾਡੇ ਸਰੀਰ ਨੂੰ ਨੁਕਸਾਨ ਹੋ ਸਕਦਾ ਹੈ।
ਜਦੋਂ ਬੱਚੋ ਇਹ ਜਿਹੜਾ ਡੈਸੀਬਲ ਹੈ ਜਿੰਨਾ ਛੋਟਾ ਹੁੰਦਾ ਹੈ ਅਸੀਂ ਇਹਨੂੰ ਘੱਟ ਸੁਣ ਸਕਦੇ ਹਾਂ। ਸਾਡੀ ਸੁਣਨ ਦੀ ਸਮਰੱਥਾ 10 ਤੋਂ 80 ਡੈਸੀਬਲ ਦੇ ਵਿੱਚ ਹੀ ਮੰਨੀ ਜਾ ਸਕਦੀ ਹੈ, ਕਿਉਂਕਿ 80 ਡੈਸੀਬਲ ਤੋਂ ਵੱਧ ਉਹ ਸ਼ੋਰ ਹੋ ਜਾਂਦਾ ਹੈ ਅਤੇ 10 ਡੈਸੀਬਲ ਤੋਂ ਥੱਲੇ ਅਸੀਂ ਸਾਧਾਰਨਤਾ ਉਸਨੂੰ ਸੁਣ ਨਹੀਂ ਸਕਦੇ। ਬੱਚੋ ਤੁਸੀਂ ਦੇਖਿਆ ਹੋਣਾ ਹੈ ਕਿ ਤੁਹਾਡੀ ਆਵਾਜ਼, ਕੁੜੀ ਦੀ ਆਵਾਜ਼, ਮੁੰਡੇ ਦੀ ਆਵਾਜ਼, ਅਧਿਆਪਕ ਦੀ ਆਵਾਜ਼ ਸਭ ਦੀ ਵੱਖਰੀ ਵੱਖਰੀ ਹੁੰਦੀ ਹੈ। ਜੇ ਤੁਹਾਡੀ ਅੱਖਾਂ 'ਤੇ ਪੱਟੀ ਵੀ ਬੰਨ ਦਈਏ ਤਾਂ ਵੀ ਤੁਸੀਂ ਦੱਸ ਸਕਦੇ ਹੋ ਕਿ ਇਹ ਆਵਾਜ਼ ਮੇਰੇ ਨਾਲ ਦੇ ਫਲਾਣਾ ਕੁੜੀ ਦੀ ਹੈ, ਮੁੰਡੇ ਦੀ ਹੈ ਜਾਂ ਮੇਰੇ ਫਲਾਣਾ ਅਧਿਆਪਕ ਦੀ ਹੈ। ਤੁਸੀਂ ਆਵਾਜ਼ ਤੋਂ ਹੀ ਉਸ ਵਿਅਕਤੀ ਨੂੰ ਦੱਸ ਸਕਦੇ ਹੋ। ਇਹ ਕਿਸ ਤਰ੍ਹਾਂ ਹੁੰਦਾ ਹੈ? ਇਹ ਬੇਟਾ ਹੁੰਦਾ ਹੈ ਆਵਿਰਤੀ ਅਤੇ ਤਿੱਖਣਤਾ, ਜਾਂ ਜਿਸ ਨੂੰ ਅਸੀਂ ਪਿੱਚ ਕਹਿੰਦੇ ਹਾਂ, ਉਸ 'ਤੇ। ਦੇਖੋ ਵਿਦਿਆਰਥੀਓ, ਜਿਹੜੀ ਕੁੜੀਆਂ ਦੀ ਆਵਾਜ਼ ਹੁੰਦੀ ਹੈ ਉਹ ਥੋੜ੍ਹੀ ਤਿੱਖੀ ਹੁੰਦੀ ਹੈ, ਜਦ ਕਿ ਮੁੰਡਿਆਂ ਦੀ ਆਵਾਜ਼ ਡਲ ਹੁੰਦੀ ਹੈ, ਮਤਲਬ ਮੋਟੀ ਹੁੰਦੀ ਹੈ ਆਵਾਜ਼। ਜਿੰਨੀ ਕੁੜੀਆਂ ਹੁੰਦੀਆਂ ਉਹਨਾਂ ਦੀ ਆਵਾਜ਼ ਦੀ ਜਿਹੜੀ ਆਵਿਰਤੀ ਹੈ ਉਹ ਬਹੁਤ ਜ਼ਿਆਦਾ ਹੁੰਦੀ ਹੈ, ਜਿੰਨਾ ਉਹਨਾਂ ਦੀ ਆਵਾਜ਼ ਤਿੱਖੀ ਹੋ ਜਾਂਦੀ ਹੈ। ਮੁੰਡਿਆਂ ਦੀ ਆਵਾਜ਼ ਦੇ ਵਿੱਚ ਕੀ ਹੁੰਦਾ ਹੈ, ਉਹਨਾਂ ਦੀ ਆਵਿਰਤੀ ਜ਼ਿਆਦਾ ਹੁੰਦੀ ਹੈ, ਜਿਹਦੇ ਨਾਲ ਉਹਨਾਂ ਦੀ ਆਵਾਜ਼ ਜਿਹੜੀ ਹੈ ਉਹ ਡਲ ਹੋ ਜਾਂਦੀ ਹੈ, ਮੋਟੀ ਹੋ ਜਾਂਦੀ ਹੈ। ਜਿੱਦਾਂ ਡਰਮ ਦੀ ਆਵਾਜ਼ ਤੁਹਾਨੂੰ ਪਤਾ ਹੈ ਬੇਟਾ, ਜਿਹੜਾ ਡਰਮ ਹੁੰਦਾ ਹੈ, ਡਰਮ ਦੀ ਆਵਾਜ਼ ਜਿਹੜੀ ਹੁੰਦੀ ਆ ਉਹ ਡਲ ਹੁੰਦੀ ਹੈ, ਮੋਟੀ ਆਵਾਜ਼ ਹੁੰਦੀ ਹੈ, ਜਦ ਕਿ ਸੀਟੀ ਦੀ ਆਵਾਜ਼ ਜਿਹੜੀ ਹੁੰਦੀ ਹੈ ਉਹਦੀ ਆਵਿਰਤੀ ਜ਼ਿਆਦਾ ਹੋਣ ਕਰਕੇ ਉਹ ਤਿੱਖੀ ਹੁੰਦੀ ਹੈ। ਬੱਚਿਓ ਹੁਣ ਇੱਕ ਛੋਟਾ ਜਿਹਾ ਟੌਪਿਕ ਹੈ ਔਡੀਬਲ ਅਤੇ ਇਨਔਡੀਬਲ ਸਾਊਂਡ। ਬੱਚਿਓ ਅਗਰ ਸਾਡੇ ਕੰਨ ਦਾ ਪਰਦਾ 1 ਸੈਕਿੰਡ ਵਿੱਚ 20 ਹਰਟਜ਼ ਜਾਂ ਉਸ ਤੋਂ ਵੱਧ ਵਾਰ ਕੰਪਨ ਕਰਦਾ ਹੈ ਤਾਂ ਅਸੀਂ ਆਵਾਜ਼ ਸੁਣ ਸਕਦੇ ਹਾਂ। ਲੇਕਿਨ ਅਗਰ ਸਾਡੇ ਕੰਨ ਦਾ ਪਰਦਾ 1 ਸੈਕਿੰਡ ਵਿੱਚ 20 ਹਰਟਜ਼ ਯਾਨੀ ਕਿ 20 ਵਾਰ ਦੋਲਨ ਤੋਂ ਘੱਟ ਕਰਦਾ ਹੈ ਜਾਂ 20,000 ਵਾਰ ਕੰਪਨ ਤੋਂ ਜ਼ਿਆਦਾ ਕਰਦਾ ਹੈ, ਇਹਨਾਂ ਦੋਨਾਂ ਹੀ ਕੇਸਾਂ ਦੇ ਵਿੱਚ ਸਾਡਾ ਦਿਮਾਗ ਅਤੇ ਸਾਡਾ ਕੰਨ ਉਸ ਧੁਨੀ ਨੂੰ ਨਹੀਂ ਪਹਿਚਾਣ ਸਕਦਾ, ਅਤੇ ਇਸ ਤੋਂ ਅਸੀਂ ਇਹ ਸਮਝਦੇ ਹਾਂ ਕਿ ਸਾਡੇ ਕੰਨ ਦੇ ਜਿਹੜੇ ਪਰਦੇ ਦੀ ਦੋਲਨ ਕਰਨ ਦੀ ਸਮਰੱਥਾ ਆਵਿਰਤੀ 20 ਹਰਟਜ਼ ਤੋਂ ਲੈ ਕੇ 20,000 ਹਰਟਜ਼ ਤੱਕ ਹੀ ਹੈ। ਤਾਂ 20 ਹਰਟਜ਼ ਤੋਂ ਥੱਲੇ ਦੀ ਆਵਾਜ਼ ਅਤੇ 20,000 ਹਰਟਜ਼ ਤੋਂ ਉੱਪਰ ਦੀ ਆਵਾਜ਼ ਸਾਡਾ ਕੰਨ ਨਹੀਂ ਸੁਣ ਸਕਦਾ। ਇਸ ਲਈ 20 ਹਰਟਜ਼ ਤੋਂ ਲੈ ਕੇ 20,000 ਹਰਟਜ਼ ਨੂੰ ਅਸੀਂ ਸੁਣਨਯੋਗ ਧੁਨੀ ਅਤੇ 20 ਹਰਟਜ਼ ਤੋਂ ਘੱਟ ਅਤੇ 20,000 ਹਰਟਜ਼ ਤੋਂ ਜ਼ਿਆਦਾ ਨੂੰ ਅਸੀਂ ਨਾ ਸੁਣਨਯੋਗ ਧੁਨੀ ਕਹਿੰਦੇ ਹਾਂ। ਬੱਚਿਓ ਜਿਹੜੀਆਂ ਧੁਨੀਆਂ 80 ਡੈਸੀਬਲ ਤੋਂ ਵੱਧ ਹੁੰਦੀਆਂ ਹਨ ਉਹਨਾਂ ਨੂੰ ਅਸੀਂ ਸ਼ੋਰਗੁਲ 'ਚ ਰੱਖਦੇ ਹਾਂ, ਰੋਲੇ ਖੱਪੇ 'ਚ ਰੱਖਦੇ ਹਾਂ। ਇਹ ਟ੍ਰੈਫਿਕ ਵਿੱਚ ਸਾਫ਼-ਸਾਫ਼ ਸੁਣਾਈ ਦਿੰਦੀਆਂ ਹਨ। ਹੌਰਨ ਦੀ ਆਵਾਜ਼, ਟਰੱਕਾਂ ਦੀ ਆਵਾਜ਼, ਗੱਡੀਆਂ ਦੀ ਆਵਾਜ਼, ਇਹ ਸਭ ਰੋਲੇ ਖੱਪੇ ਵਿੱਚ ਆਉਂਦੀਆਂ ਹਨ। ਜਦ ਕਿ ਸੰਗੀਤ ਸਾਨੂੰ ਸਭ ਨੂੰ ਅੱਛਾ ਲੱਗਦਾ ਹੈ, ਕਿਉਂਕਿ ਸੰਗੀਤ ਜਿਹੜਾ ਹੁੰਦਾ ਹੈ ਉਹ ਬਹੁਤ ਹੀ ਮਧੁਰ ਧੁਨੀ ਹੁੰਦੀ ਹੈ, ਕਿਉਂਕਿ ਉਹਦੇ ਵਿੱਚ ਸੰਗੀਤ ਦੇ ਅਧਿਆਪਕ ਨੇ ਤੁਹਾਨੂੰ ਦੱਸਿਆ ਹੀ ਹੈ ਕਿ ਵੱਖ-ਵੱਖ ਵਾਗ ਯੰਤਰ ਬਹੁਤ ਹੀ ਮਧੁਰ ਧੁਨੀ ਸੁਣਾਉਣ ਵਿੱਚ ਕੰਮ ਆਉਂਦੇ ਹਨ। ਬੱਚਿਓ ਜਿਹੜਾ ਧੁਨੀ ਪ੍ਰਦੂਸ਼ਣ ਹੁੰਦਾ ਹੈ ਇਹ ਸਾਡੇ ਸਰੀਰ ਦੇ ਲਈ, ਸਾਡੀ ਸਿਹਤ ਲਈ ਬਹੁਤ ਹੀ ਨੁਕਸਾਨਦਾਇਕ ਹੁੰਦਾ ਹੈ। ਚਾਹੇ ਪਟਾਕੇ ਚਲਾਉਣੇ ਹੋਣ, ਚਾਹੇ ਗੱਡੀਆਂ ਦੀਆਂ ਧੁਨੀਆਂ ਹੋਣ, ਅਤੇ ਚਾਹੇ ਮਸ਼ੀਨਾਂ ਲਾਊਡ ਸਪੀਕਰ ਆਦਿ ਦਾ ਹੋਏ, ਇਹ ਸਾਰਾ ਹੀ ਸ਼ੋਰ ਸਾਡੇ ਕੰਨਾਂ ਦੇ ਉੱਤੇ ਅਤੇ ਸਾਡੇ ਸਰੀਰ ਦੇ ਉੱਤੇ ਬਹੁਤ ਹੀ ਬੁਰੇ ਪ੍ਰਭਾਵ ਪਾਉਂਦਾ ਹੈ। ਇਹਦੇ ਨਾਲ ਸਾਨੂੰ ਕਈ ਤਰ੍ਹਾਂ ਦੀ ਬਿਮਾਰੀਆਂ ਹੋ ਸਕਦੀਆਂ ਹਨ ਅਤੇ ਸਾਡੀ ਜਿਹੜੀ ਜ਼ਿੰਦਗੀ ਹੈ ਉਸ 'ਤੇ ਬੜਾ ਹੀ ਗਲਤ ਪ੍ਰਭਾਵ ਪਾਉਂਦੀਆਂ ਹਨ। ਇਸ ਲਈ ਸਾਨੂੰ ਆਟੋਮੋਬਾਈਲਾਂ ਦੀ ਹਾਰਨਾਂ ਦੀ ਵਰਤੋਂ ਘੱਟ ਤੋਂ ਘੱਟ ਕਰਨੀ ਚਾਹੀਦੀ ਹੈ ਅਤੇ ਸ਼ੋਰ ਪੈਦਾ ਕਰਨ ਵਾਲੇ ਉਦਯੋਗਾਂ ਨੂੰ ਬਸਤੀਆਂ ਤੋਂ ਦੂਰ ਲਗਾਉਣਾ ਚਾਹੀਦਾ ਹੈ। ਸੜਕਾਂ 'ਤੇ ਇਮਾਰਤਾਂ ਦੇ ਲਾਗੇ ਵੱਡੇ ਵੱਡੇ ਹਰੇ ਰੁੱਖ ਲਾਉਣੇ ਚਾਹੀਦੇ ਹਨ, ਕਿਉਂਕਿ ਉਹ ਸ਼ੋਰਗੁਲ ਨੂੰ ਸੋਖ ਸਕਦੇ ਹਨ ਅਤੇ ਉਸ ਦਾ ਪ੍ਰਭਾਵ ਘਟਾ ਸਕਦੇ ਹਨ। ਬੱਚਿਓ ਰੱਬ ਨੇ ਸਾਨੂੰ ਜਿਹੜੇ ਕੰਨ ਦਿੱਤੇ ਹੈ ਇਹਨਾਂ ਦੀ ਦੇਖਭਾਲ ਕਰਨੀ ਬਹੁਤ ਜ਼ਰੂਰੀ ਹੈ।
ਕਿਉਂਕਿ ਕਹਿੰਦੇ ਨੇ ਆਕੇ ਗਈ ਤੋਂ ਜਹਾਨ ਗਿਆ ਔਰ ਕਾਨ ਗਏ ਤੋਂ ਸੁਣਨ ਦੀ ਜੋ ਰੱਬ ਦੀ ਕੁਦਰਤ ਹੈ ਉਹ ਗਈ। ਤਾਂ ਪਿਆਰੇ ਬੱਚਿਓ, ਸਾਨੂੰ ਬੋਲੇਪਨ ਤੋਂ ਜਿਹੜੇ ਲੋਕ ਪ੍ਰਭਾਵਿਤ ਹਨ ਉਹ ਬਾਕੀ ਹਰ ਤਰ੍ਹਾਂ ਸਾਡੇ ਨਾਲ ਬਰਾਬਰ ਹਨ। ਹੋ ਸਕਦਾ ਹੈ ਕਿ ਤੁਹਾਡੀ ਕਲਾਸ ਦੇ ਵਿੱਚ ਵੀ ਕਈ ਵਿਦਿਆਰਥੀ ਐਸੇ ਹੋਣ ਜਿਨ੍ਹਾਂ ਨੂੰ ਘੱਟ ਸੁਣਾਈ ਦਿੰਦਾ ਹੋਵੇਗਾ ਜਾਂ ਸ਼ਾਇਦ ਸੁਣਾਈ ਨਾ ਦਿੰਦਾ ਹੋਵੇ। ਅਜਿਹੇ ਵਿਸ਼ੇਸ਼ ਬੱਚਿਆਂ ਦੀ ਦੇਖਭਾਲ ਕਰਨ ਦੀ ਬੜੀ ਜ਼ਰੂਰਤ ਹੁੰਦੀ ਹੈ, ਕਿਉਂਕਿ ਉਹ ਬੋਲ ਸਕਦੇ ਹਨ, ਉਹਨਾਂ ਦੇ ਅੰਦਰ ਬੋਲਣ ਦੀ ਸਮਰੱਥਾ ਬਹੁਤ ਅੱਛੀ ਹੁੰਦੀ ਹੈ, ਲੇਕਿਨ ਕਿਉਂਕਿ ਉਹ ਸੁਣ ਨਹੀਂ ਸਕਦੇ, ਇਸ ਕਰਕੇ ਉਹਨਾਂ ਦੀ ਬੋਲਣ ਦੀ ਸਮਰੱਥਾ 'ਤੇ, ਉਹਨਾਂ ਦੇ ਆਤਮ ਵਿਸ਼ਵਾਸ 'ਤੇ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ। ਅੱਜ ਵਿਗਿਆਨ ਨੇ ਲੋਕਾਂ ਦੀ ਸੁਣਨ ਦੀ ਸ਼ਕਤੀ ਸੁਧਾਰ ਲਿਆ ਹੈ। ਅੱਜ ਹੀਅਰਿੰਗ ਏਡਸ ਮਿਲਦੀਆਂ ਹਨ, ਕਈ ਕੈਂਪ ਲੱਗਦੇ ਹਨ। ਅਤੇ ਪਿਆਰੇ ਵਿਦਿਆਰਥੀਓ, ਸਾਨੂੰ ਆਪਣੇ ਨਾਲ ਦੇ ਅਗਰ ਅਜਿਹੇ ਕੋਈ ਵਿਦਿਆਰਥੀ ਹੈ ਉਹਨਾਂ ਨੂੰ ਮੋਟੀਵੇਟ ਕਰਨਾ ਚਾਹੀਦਾ ਹੈ ਅਤੇ ਸਾਨੂੰ ਇਸ ਤਰੀਕੇ ਦੇ ਨਾਲ ਉਹਨਾਂ ਨੂੰ ਅੱਗੇ ਆਉਣ ਦੇ ਵਿੱਚ ਮਦਦ ਕਰਨੀ ਚਾਹੀਦੀ ਹੈ। ਪਿਆਰੇ ਵਿਦਿਆਰਥੀਓ, ਇਹਦੇ ਨਾਲ ਇਹ ਪਾਠ ਖਤਮ ਹੁੰਦਾ ਹੈ। ਹੁਣ ਅਗਰ ਤੁਹਾਡੇ ਕੋਈ ਵੀ ਪ੍ਰਸ਼ਨ ਹੋਣ ਜੋ ਤੁਸੀਂ ਪੁੱਛਣਾ ਚਾਹੁੰਦੇ ਹੋ ਤਾਂ ਤੁਸੀਂ ਕਮੈਂਟ ਬਾਕਸ ਵਿੱਚ ਪੁੱਛ ਸਕਦੇ ਹੋ। ਧੰਨਵਾਦ। ਸਤਿ ਸ੍ਰੀ ਅਕਾਲ।